ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਗੁਰਪ੍ਰੀਤ ਸਿੰਘ ਤੇ ਇਸ ਵੀਡੀਓ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਲਾਜ਼ਮੀ ਪੰਜਾਬੀ 12ਵੀਂ ਸ਼੍ਰੇਣੀ ਪਾਠ ਪੁਸਤਕ ਵਿੱਚ ਕੁਝ ਕਹਾਣੀਆਂ ਦਿੱਤੀਆਂ ਗਈਆਂ ਹਨ ਤੇ ਉਹਨਾਂ ਕਹਾਣੀਆਂ ਵਿੱਚੋਂ ਪਹਿਲੀ ਕਹਾਣੀ ਹੈ ਸਾਂਝ। ਕਹਾਣੀਕਾਰ ਸੁਜਾਨ ਸਿੰਘ। ਇਸ ਵੀਡੀਓ ਵਿੱਚ ਪਹਿਲਾਂ ਕਹਾਣੀਕਾਰ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ, ਵਸਤੂ ਨਿਸ਼ਟ ਪ੍ਰਸ਼ਨ ਉਹ ਰੱਖੇ ਤੇ ਕਹਾਣੀ ਦਾ ਮੁੱਖ ਪ੍ਰਸ਼ਨ ਕਹਾਣੀ ਦਾ ਸਾਰ। ਪ੍ਰਸ਼ਨ ਪੱਤਰ ਦੇ ਵਿੱਚ ਵਿਦਿਆਰਥੀਆਂ ਨੂੰ ਕਿਸੇ ਇੱਕ ਕਹਾਣੀ ਦਾ ਸਾਰ ਲਿਖਣ ਲਈ ਆਖਿਆ ਜਾਂਦਾ। ਉਸ ਦੇ ਆਧਾਰ ਤੇ ਸਾਂਝ ਕਹਾਣੀ ਦੇ ਸਾਰ ਨੂੰ 9 ਹੈਡਿੰਗਾਂ ਵਿੱਚ ਵੰਡ ਇਸ ਵੀਡੀਓ ਰਾਹੀਂ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦਾ ਕਿ ਸਾਰੇ ਅਧਿਆਪਕ ਸਾਥੀਆਂ ਨੂੰ, ਵਿਦਿਆਰਥੀਆਂ ਨੂੰ ਤੇ ਮਾਪਿਆਂ ਨੂੰ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ। ਜੇ ਕਿਸੇ ਅਧਿਆਪਕ ਸਾਥੀ ਦਾ, ਵਿਦਿਆਰਥੀ ਦਾ ਜਾਂ ਮਾਪਿਆਂ ਦਾ ਕੋਈ ਵੀ ਸੁਝਾਅ ਹੈ ਤਾਂ ਕਿਰਪਾ ਕਰਕੇ ਜ਼ਰੂਰ ਸਾਂਝਾ ਕਰਨਾ ਜੀ। ਅਤੇ ਉਮੀਦ ਕਰਦਾ ਕਿ 12ਵੀਂ ਸ਼੍ਰੇਣੀ ਲਾਜ਼ਮੀ ਪੰਜਾਬੀ ਦੇ ਵਿਦਿਆਰਥੀਆਂ ਲਈ ਇਹ ਵੀਡੀਓ ਉਪਯੋਗੀ ਸਾਬਤ ਹੋਵੇਗੀ। ਧੰਨਵਾਦ। ਪੰਜਾਬ ਸਕੂਲ ਸਿੱਖਿਆ ਬੋਰਡ ਲਾਜ਼ਮੀ ਪੰਜਾਬੀ 12ਵੀਂ ਸ਼੍ਰੇਣੀ ਤੇ ਪਾਠ ਪੁਸਤਕ ਦੇ ਵਿੱਚ ਕੁਝ ਕਹਾਣੀਆਂ ਦਿੱਤੀਆਂ ਗਈਆਂ ਨੇ, ਜਿਹਦੇ ਵਿੱਚੋਂ ਪਹਿਲੀ ਕਹਾਣੀ ਹੈ ਸਾਂਝ। ਕਹਾਣੀਕਾਰ ਹੈ ਸੁਜਾਨ ਸਿੰਘ। ਸੁਜਾਨ ਸਿੰਘ ਹੋਰਾਂ ਦੀ ਇੱਕ ਤਸਵੀਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਆਪ ਜੀ ਭਾਸ਼ਾ ਦੇ ਵਿਦਿਆਰਥੀ ਹੋ ਤੇ ਕੋਸ਼ਿਸ਼ ਕੀਤੀ ਹੈ ਕਿ ਆਪ ਭਾਸ਼ਾ ਦੇ ਮਹਾਨ ਸਾਹਿਤਕਾਰਾਂ ਦੇ ਨਾਲ ਵੀ ਜੁੜ ਸਕੋ। ਇਸ ਲਈ ਸਾਂਝ ਕਹਾਣੀ ਤੋਂ ਪਹਿਲਾਂ ਆਪਾਂ ਕਹਾਣੀਕਾਰ ਬਾਰੇ ਵੀ ਕੁਝ ਗੱਲਾਂ ਜ਼ਰੂਰ ਸਾਂਝੀਆਂ ਕਰਾਂਗੇ। ਸਾਂਝ ਕਹਾਣੀ ਦੇ ਕਹਾਣੀਕਾਰ ਸੁਜਾਨ ਸਿੰਘ। ਆਪ ਪੰਜਾਬੀ ਦੇ ਇੱਕ ਮਹਾਨ ਲਿਖਾਰੀ ਹੋਏ ਹੋ। ਆਪ ਨੇ ਪੰਜਾਬੀ ਸਾਹਿਤ ਨੂੰ ਜੋ ਉੱਚ ਕੋਟੀ ਦਾ ਸਾਹਿਤ ਦਿੱਤਾ, ਉਸ ਨਾਲ ਪੰਜਾਬੀ ਸਾਹਿਤ ਬਹੁਤ ਅਮੀਰ ਹੋਇਆ। ਆਪ ਅਧਿਆਪਕ, ਪ੍ਰੋਫੈਸਰ ਤੇ ਪ੍ਰਿੰਸੀਪਲ ਅਹੁਦਿਆਂ 'ਤੇ ਰਹੇ ਹੋ। ਆਪ ਜੀ ਦਾ ਜਨਮ 29 ਜੁਲਾਈ 1909 ਈਸਵੀ ਨੂੰ ਤੇ 21 ਅਪ੍ਰੈਲ 1993 ਨੂੰ ਆਪ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਹੋ। ਜੇ ਗੱਲ ਕਰੀਏ ਕਹਾਣੀ ਸਾਂਝ ਦੀ, ਜਦੋਂ ਤੁਸੀਂ ਇਸ ਕਹਾਣੀ ਦੇ ਨਾਲ ਚੰਗੀ ਤਰ੍ਹਾਂ ਜੁੜ ਜਾਓਗੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਸਾਂਝ ਕਹਾਣੀ ਬਹੁਤ ਸਵਾਦਲੀ ਜੀ ਕਹਾਣੀ ਬਣ ਤੁਹਾਡੇ ਚੇਤਿਆਂ ਦੇ ਵਿੱਚ ਹਮੇਸ਼ਾ ਲਈ ਯਾਦ ਬਣ ਕੇ ਵਸ ਜਾਵੇਗੀ। ਸੁਜਾਨ ਸਿੰਘ ਹੋਰਾਂ ਨੇ ਬਹੁਤ ਸਾਰਾ ਸਾਹਿਤ ਪੰਜਾਬੀ ਨੂੰ ਦਿੱਤਾ। ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਜਿਵੇਂ ਮਨੁੱਖ ਤੇ ਪਸ਼ੂ, ਪੂਰਤੀ, ਨਰਕਾਂ ਦੇ ਦੇਵਤੇ, ਦੁੱਖ ਸੁੱਖ, ਸ਼ਹਿਰ ਤੇ ਗ੍ਰਾਂ, ਸਭ ਰੰਗ, ਨਵਾਂ ਰੰਗ, ਸਵਾਲ ਜਵਾਬ ਤੇ ਅਨੇਕਾਂ ਹੋਰ ਉੱਚ ਕੋਟੀ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। ਹਰੇਕ ਸਾਹਿਤਕਾਰ ਨੂੰ ਉਸ ਦੀ ਉੱਚ ਕੋਟੀ ਦੀ ਰਚਨਾ ਦੇ ਲਈ ਸਨਮਾਨਿਆ ਜਾਂਦਾ। ਤਾਂ ਸਾਹਿਤ ਅਕਾਦਮੀ ਨੇ ਸੁਜਾਨ ਸਿੰਘ ਹੋਰਾਂ ਨੂੰ ਇਹਨਾਂ ਦੀ ਪੁਸਤਕ ਸ਼ਹਿਰ ਤੇ ਗ੍ਰਾਂ ਦੇ ਲਈ ਰਾਸ਼ਟਰੀ ਪੁਰਸਕਾਰ ਦੇ ਨਾਲ ਸਨਮਾਨਿਆ। ਕਹਾਣੀ ਸਾਂਝ ਤੋਂ ਪਹਿਲਾਂ ਕਹਾਣੀ ਨਾਲ ਸੰਬੰਧਿਤ ਕੁਝ ਵਸਤੂ ਨਿਸ਼ਟ ਪ੍ਰਸ਼ਨਾਂ ਨੂੰ ਸਾਂਝਾ ਜ਼ਰੂਰ ਕਰਾਂਗੇ, ਜਿਹਦੇ 'ਚ ਊੜਾ ਪ੍ਰਸ਼ਨ ਬਣਿਆ, ਸੁਜਾਨ ਸਿੰਘ ਦੀ ਲਿਖੀ ਕਿਹੜੀ ਕਹਾਣੀ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹੈ? ਸੁਜਾਨ ਸਿੰਘ ਦੀ ਲਿਖੀ ਸਾਂਝ ਕਹਾਣੀ ਸਾਡੀ ਪਾਠ ਪੁਸਤਕ ਵਿੱਚ ਦਰਜ ਹੈ। ਐੜਾ ਪ੍ਰਸ਼ਨ, ਕਹਾਣੀ ਸਾਂਝ ਦਾ ਕਹਾਣੀਕਾਰ ਕੌਣ ਹੈ? ਤਾਂ ਕਹਾਣੀ ਸਾਂਝ ਦਾ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਹੈ। ਈੜੀ ਪ੍ਰਸ਼ਨ, ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਦੇ ਕਿਹੜੇ ਪਾਤਰ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫੀ ਚਿਰ ਤੱਕ ਰੇੜਿਆ? ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਵਿੱਚ ਪ੍ਰੋਫੈਸਰ ML ਮਲਹੋਤਰਾ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫੀ ਚਿਰ ਤੱਕ ਰੇੜਿਆ। ਸੱਸਾ ਪ੍ਰਸ਼ਨ ਬਣਾਇਆ, ਪ੍ਰੋਫੈਸਰ ਸਾਈਕਲ ਚਲਾਉਣ ਦੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ੱਕਤਾਂ ਨਾਲ ਸਮਾਨਤਾ ਮਹਿਸੂਸ ਕਰਦਾ। ਕੀ ਇਹ ਕਥਨ ਸਹੀ ਜਾਂ ਗਲਤ? ਪ੍ਰੋਫੈਸਰ ਸਾਹਿਬ ਸਾਈਕਲ ਚਲਾਉਣ ਦੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ੱਕਤਾਂ ਨਾਲ ਸਮਾਨਤਾ ਮਹਿਸੂਸ ਕਰਦੇ ਹਨ। ਇਹ ਕਥਨ ਬਿਲਕੁਲ ਸਹੀ ਹੈ। ਅਗਲਾ ਵਸਤੂਨਿਸ਼ਟ ਪ੍ਰਸ਼ਨ ਬਣਿਆ, ਪ੍ਰੋਫੈਸਰ ਨੂੰ ਸਾਈਕਲ ਚਲਾਉਂਦਿਆਂ ਆਪਣੇ ਬਚਪਨ ਵਿੱਚ ਪੜ੍ਹੀ ਕਵਿਤਾ ਦਾ ਚੇਤਾ ਆਇਆ। ਕਥਨ ਸਹੀ ਜਾਂ ਗਲਤ? ਇਹ ਕਥਨ ਬਿਲਕੁਲ ਸਹੀ ਹੈ। ਪ੍ਰੋਫੈਸਰ ਸਾਹਿਬ ਨੂੰ ਸਾਈਕਲ ਚਲਾਉਂਦਿਆਂ ਆਪਣੇ ਬਚਪਨ ਵਿੱਚ ਪੜ੍ਹੀ ਕਵਿਤਾ ਦਾ ਚੇਤਾ ਜ਼ਰੂਰ ਆਇਆ। ਕੱਕਾ ਪ੍ਰਸ਼ਨ, ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ। ਪ੍ਰੋਫੈਸਰ ਦੇ ਮਨ ਵਿੱਚ ਇਹ ਵਿਚਾਰ ਕਿਉਂ ਆਉਂਦੇ ਹਨ? ਜਦੋਂ ਅੰਗਰੇਜ਼ੀ ਦੇ ਅਖਬਾਰ ਦੀ ਖਬਰ ਵਿੱਚ ਇੱਕ ਭਾਰਤੀ ਲੀਡਰ ਦੇ ਭਾਸ਼ਣ ਦੀ ਕਹੀ ਇੱਕ ਗੱਲ ਪ੍ਰੋਫੈਸਰ ਸਾਹਿਬ ਦੇ ਦਿਮਾਗ ਵਿੱਚ ਆਉਂਦੀ ਹੈ ਤਾਂ ਉਸ ਵੇਲੇ ਇਹ ਵਿਚਾਰ ਉਹਨਾਂ ਦੇ ਮਨ ਵਿੱਚ ਆਉਂਦੇ ਨੇ। ਅਗਲਾ ਪ੍ਰਸ਼ਨ ਬਣਾਇਆ, ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦੇ ਕਿਹੜੇ-ਕਿਹੜੇ ਕਾਰਨ ਸੋਚਦਾ ਹੈ?
ਇੱਕ ਕਾਰਨ ਮਹੀਨੇ ਦਾ ਆਖਰੀ ਹਫ਼ਤਾ ਹੋਣਾ ਤੇ ਉਸ ਦੀ ਜੇਬ ਵਿੱਚ ਸਿਰਫ 30 ਪੈਸੇ ਹੋਣਾ। ਦੂਜਾ ਕਾਰਨ ਉਸਦੇ ਪੁੱਤਰ ਦਿਨੇਸ਼ ਦਾ ਰਸ ਮੰਗਣਾ ਕਿੰਨੇ ਦਿਨਾਂ ਤੋਂ। ਤੀਜਾ ਕਾਰਨ ਧੋਬੀ ਦੇ ਪੈਸੇ ਦੇਣੇ ਵੀ ਅਜੇ ਬਾਕੀ ਸਨ। ਅਗਲਾ ਪ੍ਰਸ਼ਨ ਬਣਾਇਆ, ਪ੍ਰੋਫੈਸਰ ਲਾਲ ਚੀਰੇ ਵਾਲੇ ਨੌਜਵਾਨ ਸਾਈਕਲ ਸਵਾਰ ਬਾਰੇ ਕੀ ਸੋਚਦਾ ਹੈ। ਪ੍ਰੋਫੈਸਰ ਸਾਹਿਬ ਨੂੰ ਲੱਗਿਆ ਕਿ ਲਾਲ ਚੀਰੇ ਵਾਲਾ ਸਾਈਕਲ ਸਵਾਰ ਇੱਕ ਪੱਥਰ ਦਿਲ ਬੰਦਾ ਹੈ। ਅਗਲਾ ਵਸਤੂਨਿਸ਼ਟ ਪ੍ਰਸ਼ਨ, ਇਸ ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਆਇਆ। ਤਾਂ ਇਸ ਕਹਾਣੀ ਵਿੱਚ ਇੱਕ ਅਣਕਹੀ ਸਾਂਝ ਦਾ ਜ਼ਿਕਰ ਆਇਆ, ਉਹ ਸਾਂਝ ਜੋ ਕਿਸੇ ਲੋੜਵੰਦ ਪ੍ਰਤੀ ਹਮਦਰਦੀ ਤੇ ਮਦਦ ਕਰਨ ਨਾਲ ਅੰਦਰੋਂ ਅੰਦਰੀ ਪੈਦਾ ਹੋਈ। ਆਖਰੀ ਪ੍ਰਸ਼ਨ, ਸਾਂਝ ਕਹਾਣੀ ਵਿੱਚ ਆਏ ਮੁੱਖ ਪਾਤਰ ਪ੍ਰੋਫੈਸਰ ਚੀਰੇ ਵਾਲਾ ਸਾਈਕਲ ਸਵਾਰ ਅਤੇ ਬੁੱਢੀ ਮਾਈ ਹਨ। ਕੀ ਇਹ ਕਥਨ ਸਹੀ ਹੈ ਜਾਂ ਗਲਤ? ਇਹ ਕਥਨ ਬਿਲਕੁਲ ਸਹੀ ਹੈ। ਕਹਾਣੀ ਵਿੱਚ ਪ੍ਰੋਫੈਸਰ ਚੀਰੇ ਵਾਲਾ ਸਾਈਕਲ ਸਵਾਰ ਤੇ ਬੁੱਢੀ ਮਾਈ ਮੁੱਖ ਪਾਤਰ ਹਨ ਤੇ ਪੂਰੀ ਦੀ ਪੂਰੀ ਕਹਾਣੀ ਇਹਨਾਂ ਪਾਤਰਾਂ ਦੇ ਇਰਦ ਗਿਰਦ ਹੀ ਘੁੰਮਦੀ ਹੈ। ਵਸਤੂਨਿਸ਼ਟ ਪ੍ਰਸ਼ਨਾਂ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਕਹਾਣੀ ਸਾਂਝ ਦੇ ਸਾਰ ਦੀ। ਪ੍ਰਸ਼ਨ ਪੱਤਰ ਦੇ ਵਿੱਚ ਵਿਦਿਆਰਥੀਆਂ ਨੂੰ ਕਿਸੇ ਇੱਕ ਕਹਾਣੀ ਦਾ ਸਾਰ ਲਿਖਣ ਦੇ ਲਈ ਆਖਿਆ ਜਾਂਦਾ ਹੈ। ਸਾਂਝ ਕਹਾਣੀ ਦੇ ਸਾਰ ਨੂੰ 9 ਹੈਡਿੰਗਾਂ ਦੇ ਵਿੱਚ ਵੰਡਿਆ। ਜਿਸ ਤਰ੍ਹਾਂ ਕਹਾਣੀ ਦੇ ਵਿੱਚ ਜਿਸ ਲੜੀ ਦੇ ਵਿੱਚ ਘਟਨਾਵਾਂ ਵਾਪਰੀਆਂ ਉਸੇ ਕ੍ਰਮ ਦੇ ਵਿੱਚ ਇਹ ਹੈਡਿੰਗ ਫਰੇਮ ਕੀਤੇ ਆ, ਜਿਹਦੇ 'ਚ ਪਹਿਲਾ ਹੈਡਿੰਗ ਬਣਾਇਆ ਪ੍ਰੋਫੈਸਰ ML ਮਲਹੋਤਰਾ ਦਾ ਜੇਠ ਦੀ ਤਪਦੀ ਦੁਪਹਿਰੇ ਕਾਲਜ ਤੋਂ ਘਰ ਨੂੰ ਜਾਣਾ। ਕਾਲਜ ਦੀ ਛੁੱਟੀ ਤੋਂ ਬਾਅਦ ਪ੍ਰੋਫੈਸਰ ML ਮਲਹੋਤਰਾ ਆਪਣੇ ਸਾਈਕਲ ਤੇ ਘਰ ਨੂੰ ਜਾਂਦਾ ਹੈ। ਇਹ ਜੇਠ ਮਹੀਨੇ ਦੀ ਤਿੱਖੜ ਗਰਮੀ ਵਾਲੀ ਰੁੱਤ ਸੀ। ਕਣਕਾਂ ਦੀ ਵਾਢੀ ਤੋਂ ਮਗਰੋਂ ਖੇਤ ਖਾਲੀ ਪਏ ਸਨ। ਸੜਕ ਦੀ ਲੁੱਕ ਤੇਜ਼ ਧੁੱਪ ਨਾਲ ਪੰਘਰ ਕੇ ਸਾਈਕਲ ਦੇ ਟਾਇਰਾਂ ਨੂੰ ਪਕੜ ਕਰ ਰਹੀ ਸੀ, ਜਿਸ ਤੋਂ ਬਚਦਾ ਪ੍ਰੋਫੈਸਰ ਪਕੇਰੀ ਲੁੱਕ ਤੇ ਬਜਰੀ ਵਾਲੀ ਥਾਂ ਤੋਂ ਲੰਘਣ ਦੀ ਕੋਸ਼ਿਸ਼ ਕਰਦਾ। ਬਰਸਾਤਾਂ ਦੀ ਉਡੀਕ ਕਰਦੇ ਸੁੱਕੇ ਨਾਲੇ ਅੱਕ ਦੇ ਝਾੜਾਂ ਨਾਲ ਲੱਦੇ ਪਏ ਸਨ ਤੇ ਦੂਰ ਟਾਹਲੀ ਤੇ ਬੈਠੀ ਇੱਕ ਘੁੱਗੀ ਦੀ ਘੁੱਗੂ ਘੂੰ ਦੀ ਆਵਾਜ਼ ਕਿਤੇ ਕਿਤੇ ਕੰਨਾਂ 'ਚ ਪੈਂਦੀ ਸੀ। ਉੱਚੀਆਂ ਉੱਗੀਆਂ ਟਾਹਲੀਆਂ ਦੇ ਨਿੱਕੀ ਜਿਹੀ ਨੁੱਕਰ ਵਾਲੇ ਗੋਲ ਪੱਤੇ ਤੇ ਉਹਨਾਂ ਦੀ ਹਰਿਆਵਲ ਦੇਖ ਪ੍ਰੋਫੈਸਰ ਨੂੰ ਠੰਡ ਤਾਂ ਪੈਂਦੀ, ਭਾਵੇਂ ਉਹਨਾਂ ਦੀ ਛਾਂ ਨਾ ਮਾਤਰੀ ਸੀ। ਕਹਾਣੀ ਵਿੱਚ ਜਿਹੜੀ ਰੁੱਤ ਦਾ ਵਰਣਨ ਕੀਤਾ ਗਿਆ, ਜਿਹੜੇ ਦ੍ਰਿਸ਼ ਪੇਸ਼ ਕੀਤੇ ਨੇ, ਉਮੀਦ ਕਰਦਾ ਕਿ ਉਹ ਦ੍ਰਿਸ਼ ਬਿੰਬ ਤੁਹਾਡੀਆਂ ਅੱਖਾਂ ਅੱਗੇ ਜ਼ਰੂਰ ਤੁਹਾਡੀ ਕਲਪਨਾ ਨੇ ਬਣਾਏ ਹੋਣਗੇ। ਕਹਾਣੀ ਦੇ ਵਿੱਚ ਜਿਹੜੀ ਅਗਲੀ ਘਟਨਾ ਵਾਪਰੀ ਉਹਦੇ ਆਧਾਰ ਤੇ ਦੂਸਰਾ ਹੈਡਿੰਗ ਬਣਾਇਆ, ਪ੍ਰੋਫੈਸਰ ML ਮਲਹੋਤਰਾ ਨੂੰ ਸਾਈਕਲ ਚਲਾਉਣ 'ਚ ਆ ਰਹੀਆਂ ਮੁਸ਼ਕਲਾਂ ਤੇ ਰੁਕਾਵਟਾਂ ਆਪਣੀ ਜ਼ਿੰਦਗੀ ਦੇ ਨਾਲ ਸਮਾਨਤਾ ਵਾਲੀਆਂ ਲੱਗਣਾ। ਕਾਲਜ ਦੀ ਛੁੱਟੀ ਤੋਂ ਬਾਅਦ ਪ੍ਰੋਫੈਸਰ ML ਮਲਹੋਤਰਾ ਜਦ ਕੁਝ ਸੋਚਦਾ ਆਪਣੇ ਸਾਈਕਲ ਤੇ ਕਾਲਜ ਤੋਂ ਘਰ ਲਈ ਨਿਕਲਿਆ ਤਾਂ ਅੱਗੇ ਇੱਕ ਤਾਂ ਉੱਭਰੇ ਰੋੜਿਆਂ ਵਾਲੀ ਤੇ ਉੱਚੀ ਚੜਾਈ ਵਾਲੀ ਸੜਕ ਸੀ, ਦੂਜਾ ਪਾਣੀ ਨਾਲ ਵਾਕੇ ਜੋ ਘਰਾਲਾਂ ਬਣੀਆਂ ਸਨ। ਇਹਨਾਂ ਸਾਰੇ ਕਾਰਨਾਂ ਕਰਕੇ ਪ੍ਰੋਫੈਸਰ ਸਾਹਿਬ ਨੂੰ ਸਾਈਕਲ ਰੇੜੇ ਪਾਉਣ ਵਿੱਚ ਕਿੰਨਾ ਜ਼ੋਰ ਲਾਉਣਾ ਪਿਆ। ਖੰਗਰੀਲੇ ਰੋੜਿਆਂ ਤੇ ਸਾਈਕਲ ਸੱਜੇ ਖੱਬੇ ਡੋਲਦਾ ਹੌਲੀ-ਹੌਲੀ ਅੱਗੇ ਵਧ ਰਿਹਾ ਸੀ। ਬਿਲਕੁਲ ਇਹੀ ਸਮਾਨਤਾ ਪ੍ਰੋਫੈਸਰ ਨੂੰ ਆਪਣੇ ਮੁੱਢਲੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ੱਕਤਾਂ ਨਾਲ ਜਾਪੀ, ਕਿਉਂਕਿ ਵੱਡੀ ਉਮਰੇ ਉਸ ਨੂੰ ਮੁੱਢਲੀ ਤਨਖਾਹ ਤੇ ਨੌਕਰੀ ਮਿਲੀ ਸੀ, ਲੈਕਚਰਾਰੀ ਮਿਲੀ ਸੀ ਤੇ ਉਹ ਆਪਣੀ ਵੱਡੀ ਟੱਬਰਦਾਰੀ ਨੂੰ ਮੁਸ਼ਕਲ ਨਾਲ ਚਲਾ ਰਿਹਾ ਸੀ, ਬਿਲਕੁਲ ਆਪਣੇ ਸਾਈਕਲ ਵਾਂਗ। ਤਿੱਖੜ ਗਰਮੀ ਦੇ ਵਿੱਚ ਜਦੋਂ ਪ੍ਰੋਫੈਸਰ ਸਾਹਿਬ ਆਪਣੇ ਸਾਈਕਲ ਦੇ ਉੱਪਰ ਆਪਣੇ ਘਰ ਦੇ ਰਸਤੇ ਤੇ ਜਾ ਰਹੇ ਸਨ ਤਾਂ ਕਹਾਣੀ ਦੇ ਵਿੱਚ ਅਗਲੀ ਘਟਨਾ ਵਾਪਰਦੀ ਹੈ, ਜਿਸ ਦੇ ਆਧਾਰ ਤੇ ਤੀਜਾ ਹੈਡਿੰਗ ਬਣਾਇਆ ਕਿ ਲਾਲ ਚੀਰੇ ਵਾਲੇ ਇੱਕ ਸਾਈਕਲ ਸਵਾਰ ਨੌਜਵਾਨ ਦਾ ਪ੍ਰੋਫੈਸਰ ML ਮਲਹੋਤਰਾ ਲਾਗਿਓਂ ਲੰਘਣਾ। ਆਪਣੇ ਸਾਈਕਲ ਤੇ ਪ੍ਰੋਫੈਸਰ ਆਪਣੀ ਰਫ਼ਤਾਰ ਨਾਲ ਆਪਣੀਆਂ ਸੋਚਾਂ ਵਿੱਚ ਜਦੋਂ ਅੱਗੇ ਜਾ ਰਿਹਾ ਸੀ ਤਾਂ ਅਚਾਨਕ ਇੱਕ ਲਾਲ ਚੀਰੇ ਵਾਲਾ ਕਿਸਾਨ ਨੁਮਾ ਸਾਈਕਲ ਸਵਾਰ ਆਪਣੇ ਲੱਕੜ ਦੇ ਗੁਟਕਿਆਂ ਵਾਲੇ ਸਾਈਕਲ ਤੇ ਤੇਜ਼ ਰਫ਼ਤਾਰ ਨਾਲ ਪ੍ਰੋਫੈਸਰ ਸਾਹਿਬ ਤੋਂ ਅੱਗੇ ਲੰਘ ਜਾਂਦਾ ਹੈ। ਪ੍ਰੋਫੈਸਰ ਸਾਹਿਬ ਨੂੰ ਹਿਰਖ ਆਇਆ, ਉਹਨਾਂ ਦਾ ਮਨ ਕੀਤਾ ਕਿ ਉਹ ਉਸ ਨੌਜਵਾਨ ਤੋਂ ਅੱਗੇ ਸਾਈਕਲ ਲੰਘਾ ਕੇ ਦੱਸ ਦੇਵੇ ਕਿ ਚਾਹੇ ਉਸਦੇ ਵਾਲ ਚਿੱਟੇ ਹਨ ਪਰ ਹਾਲੀ ਵੀ ਉਹ ਜਵਾਨਾਂ ਕੋਲੋਂ ਮਾਰ ਨਹੀਂ ਖਾਂਦਾ। ਪਰ ਛੇਤੀ ਹੀ ਉਸਦੇ ਮਨ ਵਿੱਚ ਚਲੋ ਜਾਣ ਦਿਓ ਦੀ ਭਾਵਨਾ ਆ ਜਾਂਦੀ ਹੈ। ਪ੍ਰੋਫੈਸਰ ਨੇ ਸੋਚਿਆ ਪਤਾ ਨਹੀਂ ਕੀ ਭਾਜੜ ਪਈ ਹੈ ਇਸ ਨੌਜਵਾਨ ਨੂੰ ਜੋ ਵਾਹੋ ਦਾਹੀ ਸਾਈਕਲ ਨੂੰ ਧੱਸੀ ਜਾ ਰਿਹਾ ਸੀ। ਚੀਰੇ ਵਾਲੇ ਨੌਜਵਾਨ ਦਾ ਪ੍ਰੋਫੈਸਰ ਸਾਹਿਬ ਤੋਂ ਅੱਗੇ ਲੰਘ ਜਾਣਾ, ਉਸ ਘਟਨਾ ਤੋਂ ਬਾਅਦ ਕਹਾਣੀ ਦੇ ਵਿੱਚ ਅਗਲੀ ਘਟਨਾ ਵਾਪਰਦੀ ਹੈ ਤੇ ਚੌਥਾ ਹੈਡਿੰਗ ਬਣਾਇਆ, ਇੱਕ ਬੱਸ ਦਾ ਦੂਜੇ ਪਾਸਿਓਂ ਲੰਘਣਾ ਤੇ ਚਾਰੇ ਪਾਸੇ ਧੂੜ ਉਡਾ ਦੇਣਾ।
ਦੂਜੇ ਪਾਸਿਓਂ ਆ ਰਹੀ ਇੱਕ ਬੱਸ ਦੇ ਹਾਰਨ ਕਾਰਨ ਅੱਗੇ ਲੰਘਿਆ ਚੀਰੇ ਵਾਲਾ ਨੌਜਵਾਨ ਵੀ ਸਾਈਕਲ ਸੜਕ ਤੋਂ ਥੱਲੇ ਉਤਾਰ ਲੈਂਦਾ ਹੈ ਤੇ ਪ੍ਰੋਫੈਸਰ ਨੂੰ ਵੀ ਸੜਕੋਂ ਥੱਲੇ ਉਤਰਨਾ ਪਿਆ। ਪ੍ਰੋਫੈਸਰ ਸਾਹਿਬ ਨੂੰ ਇਹ ਆਪਣੀ ਹੱਦ ਤੱਕ ਲੱਗੀ, ਸੋਚਣ ਲੱਗੇ ਕਿ ਜੇ ਅੱਜ ਉਸ ਕੋਲ ਕਾਰ ਹੁੰਦੀ ਤਾਂ ਇਸ ਤਰ੍ਹਾਂ ਉਹਨਾਂ ਨੂੰ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ। ਕੋਲੋਂ ਲੰਘਦੀ ਬੱਸ ਨੇ ਚਾਰੇ ਪਾਸੇ ਧੂੜ ਉਡਾ ਦਿੱਤੀ ਤੇ ਪ੍ਰੋਫੈਸਰ ਦੀਆਂ ਅੱਖਾਂ ਅੱਗੇ ਕੁਝ ਚਿਰ ਲਈ ਹਨੇਰਾ ਤਾਣ ਗਈ। ਜਦ ਕੁਝ ਸਮੇਂ ਬਾਅਦ ਧੂੜ ਛਟੀ ਤਾਂ ਪ੍ਰੋਫੈਸਰ ਨੇ ਲਾਲ ਚੀਰੇ ਵਾਲੇ ਨੌਜਵਾਨ ਨੂੰ ਸੜਕ ਤੇ ਚੜ੍ਹਦੇ ਵੇਖਿਆ ਤੇ ਦੂਰ ਇੱਕ ਤੀਵੀਂ ਦਾ ਬੁੱਤ ਘੱਟੇ ਦੇ ਵਿੱਚ ਤੁਰਦਾ ਦਿਸਿਆ। ਪ੍ਰੋਫੈਸਰ ਨੇ ਅੰਦਾਜ਼ੇ ਤੋਂ ਜਾਣਿਆ ਕਿ ਉਸ ਔਰਤ ਨੇ ਉਸ ਚੀਰੇ ਵਾਲੇ ਨੌਜਵਾਨ ਨੂੰ ਕੁਝ ਕਿਹਾ। ਉਸ ਨੌਜਵਾਨ ਨੇ ਉਸ ਔਰਤ ਵੱਲ ਦੇਖਿਆ ਤੇ ਬਿਨਾਂ ਰੁਕੇ ਝੱਟ ਹੀ ਉਸ ਔਰਤ ਤੋਂ ਅੱਗੇ ਲੰਘ ਗਿਆ। ਬੱਸ ਦੁਆਰਾ ਉਡਾਈ ਧੂੜ ਛੱਟਣ ਤੋਂ ਬਾਅਦ ਕਹਾਣੀ ਦੇ ਵਿੱਚ ਜਿਹੜੀ ਅਗਲੀ ਘਟਨਾ ਵਾਪਰਦੀ ਆ ਉਸ ਦੇ ਆਧਾਰ ਤੇ ਪੰਜਵਾਂ ਹੈਡਿੰਗ ਤੁਹਾਡੇ ਅੱਗੇ ਰੱਖਿਆ ਕਿ ਤਪਦੀ ਧੁੱਪ ਵਿੱਚ ਨੰਗੇ ਪੈਰ ਖੜੀ ਬੁੱਢੀ ਔਰਤ ਦਾ ਪ੍ਰੋਫੈਸਰ ਨੂੰ ਤਰਲਾ ਕਰਨਾ। ਆਪਣੀ ਚਾਲ ਚੱਲਦੇ ਹੋਏ ਜਦ ਪ੍ਰੋਫੈਸਰ ਸਾਹਿਬ ਦਾ ਸਾਈਕਲ ਸੜਕ ਤੇ ਖੜੀ ਇੱਕ ਬਜ਼ੁਰਗ ਔਰਤ ਕੋਲ ਪਹੁੰਚਿਆ ਤਾਂ ਉਸ ਔਰਤ ਨੇ ਕਿਹਾ, ਬੇ ਵੀਰਾ ਸਾਈਕਲ ਵਾਲਿਆ, ਮੈਨੂੰ ਵੀ ਨਾਲ ਲੈ ਚੱਲ। ਉਸ ਔਰਤ ਦੀ ਗੱਲ ਸੁਣ ਤੇ ਉਸ ਵੱਲ ਇੱਕ ਨਜ਼ਰ ਵੇਖ ਬਿਨਾਂ ਰੁਕੇ ਪ੍ਰੋਫੈਸਰ ਅੱਗੇ ਲੰਘ ਜਾਂਦਾ ਹੈ। ਪਰ ਥੋੜਾ ਅੱਗੇ ਜਾ ਕੇ ਅਚਾਨਕ ਹੱਥ ਬ੍ਰੇਕਾਂ ਤੇ ਚਲਿਆ ਜਾਂਦਾ ਤੇ ਦਿਮਾਗ ਵਿੱਚ ਇੱਕ ਸੋਚ ਆਉਣ ਲੱਗਦੀ ਹੈ ਕਿ ਉਸ ਲਾਲ ਚੀਰੇ ਵਾਲੇ ਨੌਜਵਾਨ ਸਾਈਕਲ ਸਵਾਰ ਨੇ ਇਸ ਬੁੱਢੀ ਔਰਤ ਨੂੰ ਸ਼ਹਿਰ ਤੱਕ ਕਿਉਂ ਨਹੀਂ ਚੜ੍ਹਾ ਲਿਆ। ਉਹ ਨੌਜਵਾਨ ਉਸ ਨੂੰ ਪੱਥਰ ਦਿਲ ਜਾਪਿਆ ਜਿਸ ਨੇ ਇਸ ਤਪਦੀ ਧੁੱਪ ਵਿੱਚ ਇਸ ਬਜ਼ੁਰਗ ਔਰਤ ਦੀ ਮਦਦ ਵੀ ਨਹੀਂ ਕੀਤੀ। ਪ੍ਰੋਫੈਸਰ ਸਾਹਿਬ ਉਸੇ ਵੇਲੇ ਸਾਈਕਲ ਨੂੰ ਪਿਛਾਂਹ ਮੋੜਦੇ ਨੇ ਉਸ ਬੁੱਢੀ ਮਾਈ ਦੀ ਮਦਦ ਕਰਨ ਦੇ ਲਈ। ਆਪਣੇ ਸਾਈਕਲ ਨੂੰ ਪਿਛਾਂਹ ਮੋੜ ਜਦ ਪ੍ਰੋਫੈਸਰ ਸਾਹਿਬ ਉਸ ਬੁੱਢੀ ਔਰਤ ਕੋਲ ਪਹੁੰਚ ਜਾਂਦੇ ਨੇ ਤਾਂ ਅੱਗੇ ਕਹਾਣੀ ਦੇ ਵਿੱਚ ਬੁੱਢੀ ਮਾਈ ਦੀ ਹਾਲਤ ਨੂੰ ਬੜੇ ਵਿਸਥਾਰ ਦੇ ਨਾਲ ਬਿਆਨਿਆ ਗਿਆ, ਜਿਸ ਦੇ ਆਧਾਰ ਤੇ 6ਵਾਂ ਹੈਡਿੰਗ ਤੁਹਾਡੇ ਅੱਗੇ ਰੱਖਿਆ ਕਿ ਬੁੱਢੀ ਮਾਈ ਦੀ ਹਾਲਤ। ਇਸ ਹੈਡਿੰਗ ਦੇ ਵਿੱਚ ਕੁਝ ਵਾਰਤਾਲਾਪ ਤੁਹਾਡੇ ਅੱਗੇ ਰੱਖਿਆ ਤੇ ਜੇ ਤੁਸੀਂ ਸਾਰ ਦੇ ਵਿੱਚ ਇਹਨਾਂ ਵਾਰਤਾਲਾਪਾਂ ਨੂੰ ਪੇਸ਼ ਕਰਦੇ ਹੋ ਤਾਂ ਇੱਕ ਬਹੁਤ ਸੋਹਣਾ ਜਿਹਾ ਪ੍ਰਭਾਵ ਪਾਉਣਗੇ। ਪ੍ਰੋਫੈਸਰ ਨੇ ਮਾਈ ਕੋਲ ਆ ਪੁੱਛਿਆ, ਮਾਈ ਕਿੱਥੇ ਜਾਣਾ ਈ? ਬੁੱਢੀ ਮਾਈ ਦਾ ਜਵਾਬ ਸੀ, ਬੇ ਵੀਰਾ ਮੈਂ ਜਾਣਾ ਸਹੇੜੇ। ਪ੍ਰੋਫੈਸਰ, ਸਹੇੜਾ ਕਿੱਥੇ ਹੈ? ਬੁੱਢੀ ਮਾਈ ਦਾ ਜਵਾਬ ਸੀ, ਬਾਗਾਂ ਵਾਲੇ ਦੇ ਗੈਲ 3 ਕੋ। ਮਾਈ ਬਹੁਤ ਬੁੱਢੀ ਸੀ, ਸੁੱਕੀ ਹੋਈ ਭੁਗੜੀ, ਘੱਟ ਦਿਸਦਾ ਸੀ, ਨੰਗੇ ਪੈਰ ਸਨ, ਬੱਚੇ ਦੇ ਭਾਰ ਜਿੰਨੀ ਹੌਲੀ ਸੀ ਉਹ ਬੁੱਢੀ ਔਰਤ। ਉਸ ਦੀ ਸੁੱਥਣ ਕਾਲੀ ਮੈਲੀ ਟਾਕੀਆਂ ਲੱਗੀ ਸੀ ਤੇ ਉਸ ਦੇ ਕੁੜਤੇ ਦਾ ਰੰਗ ਮੈਲ ਨੇ ਮਾਰ ਹੀ ਛੱਡਿਆ ਸੀ ਤੇ ਚੁੰਨੀ ਬਟੇਰਿਆਂ ਦੇ ਜਾਲ ਵਰਗੀ ਤੰਦੋ ਤੰਦ। ਉਸਨੇ ਤੂਤ ਦੀ ਇੱਕ ਸੋਟੀ ਤੇ ਗੰਦਾ ਝੋਲਾ ਜਿਸ ਵਿੱਚ ਗੰਦਾ ਪਾਟਿਆ ਡੱਬੀਦਾਰ ਖੇਸ ਪਾਇਆ ਸੀ, ਇਹ ਸਾਰਾ ਸਮਾਨ ਫੜਿਆ ਹੋਇਆ ਸੀ ਹੱਥ ਵਿੱਚ ਉਸ ਬੁੱਢੀ ਔਰਤ ਨੇ। ਕਹਾਣੀ ਦੇ ਵਿੱਚ ਜਿਹੜੀਆਂ ਅਗਲੀਆਂ ਘਟਨਾਵਾਂ ਪੇਸ਼ ਹੋਈਆਂ ਉਸ ਦੇ ਆਧਾਰ ਤੇ 7ਵਾਂ ਹੈਡਿੰਗ ਬਣਾਇਆ, ਬੁੱਢੀ ਮਾਈ ਤੇ ਪ੍ਰੋਫੈਸਰ ਵਿਚਕਾਰ ਗੱਲਬਾਤ। ਪ੍ਰੋਫੈਸਰ ਨੇ ਮਾਈ ਨੂੰ ਕਿਹਾ, ਮਾਈ ਮੈਂ ਤੇ ਸ਼ਹਿਰ ਜਾਣਾ ਹੀ। ਉਹਨਾਂ ਨੇ ਸੋਚਿਆ ਕਿ ਸ਼ਾਇਦ ਬੁੱਢੀ ਔਰਤ ਆਪੇ ਜਵਾਬ ਦੇ ਦੇਵੇਗੀ, ਪਰ ਬੁੱਢੀ ਮਾਈ ਦਾ ਜਵਾਬ ਸੀ, ਹਾੜੇ ਹਾੜੇ ਵੀ ਵੀਰਾ ਉੱਥੋਂ ਤੀਕ ਹੀ ਲੈ ਚੱਲ। ਮਜਬੂਰ ਪ੍ਰੋਫੈਸਰ ਨੂੰ ਕਹਿਣਾ ਪਿਆ, ਮਾਈ ਬਹਿ ਜਾ ਪਿੱਛੇ। ਬੁੱਢੀ ਮਾਈ ਬੋਲੀ, ਕਿਵੇਂ ਬੈਠਾ, ਕਿੱਥੇ ਬੈਠਾ, ਮੈਨੂੰ ਚੁੱਕ ਕੇ ਚੜਾ ਲੈ। ਪ੍ਰੋਫੈਸਰ ਨੇ ਆਪਣੇ ਮਿਚਕੇ ਮਨ ਨਾਲ ਮਾਈ ਨੂੰ ਸਾਈਕਲ ਦੇ ਕੈਰੀਅਰ ਤੇ ਬਿਠਾ ਦਿੱਤਾ ਤੇ ਇਸੇ ਦੌਰਾਨ ਉਸਨੇ ਮਾਈ ਦੇ ਨਾਲ ਜੋ ਗੱਲਬਾਤ ਕੀਤੀ ਉਸ ਤੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਉਸ ਬੁੱਢੀ ਮਾਈ ਦਾ ਕੋਈ ਅੰਗ ਸਾਕ ਨਹੀਂ ਸੀ। ਜੇਠ ਦੀ ਸੰਗਰਾਂਦ ਨੂੰ 13-14 ਮੀਲ ਤੁਰ ਕੇ ਗੁਰਦੁਆਰੇ ਆਈ ਸੀ। ਪਿੰਡ ਵਿੱਚ ਇੱਕ ਝੁੱਗੀ ਸੀ, ਆਂਢ ਗੁਆਂਢ ਕੁਝ ਦੇ ਦਿੰਦਾ ਖਾਣ ਨੂੰ ਤਾਂ ਉਹ ਲੈ ਲੈਂਦੀ, ਪਰ ਮੰਗਣ ਕਿਸੇ ਦੇ ਨਹੀਂ ਸੀ ਜਾਂਦੀ, ਭਾਵੇਂ ਦਿਹਾੜੀ ਡੰਗ ਭੁੱਖਾ ਹੀ ਕਿਉਂ ਨਾ ਰਹਿਣਾ ਪੈਂਦਾ। ਅਗਲਾ ਹੈਡਿੰਗ ਬਣਾਇਆ, ਪ੍ਰੋਫੈਸਰ ਦਾ ਬੁੱਢੀ ਔਰਤ ਨੂੰ ਸ਼ਹਿਰ ਤੱਕ ਲੈ ਆਉਣਾ। ਬੁੱਢੀ ਮਾਈ ਦੀ ਹਾਲਤ ਵੇਖ ਤੇ ਉਸ ਬਾਰੇ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਪ੍ਰੋਫੈਸਰ ਸਾਹਿਬ ਦੇ ਦਿਮਾਗ ਵਿੱਚ ਕਿੰਨੇ ਸਾਰੇ ਖਿਆਲ ਆਉਣੇ ਸ਼ੁਰੂ ਹੋ ਗਏ। ਪਹਿਲਾ ਖਿਆਲ ਆਇਆ ਕਿ ਕਿਉਂ ਨਾ ਇਸ ਬੁੱਢੀ ਔਰਤ ਨੂੰ ਆਪਣੇ ਘਰੇ ਹੀ ਲੈ ਜਾਵਾਂ, ਪਰ ਵੱਡਾ ਟੱਬਰ ਤੇ ਪੈਸੇ ਦੀ ਤੰਗੀ ਵੇਖ ਉਹ ਚੁੱਪ ਹੋ ਜਾਂਦਾ ਹੈ। ਫਿਰ ਦੂਜਾ ਖਿਆਲ ਆਉਂਦਾ, ਕਿਉਂ ਨਾ ਉਸ ਨੂੰ ਬੱਸ ਵਿੱਚ ਹੀ ਬਿਠਾ ਦੇਵਾਂ, ਪਰ ਆਖਰੀ ਹਫ਼ਤਾ ਤੇ ਜੇਬ ਵਿੱਚ ਸਿਰਫ 30 ਪੈਸੇ। ਦੂਜਾ
ਉਸ ਦਾ ਬੱਚਾ ਦਿਨੇਸ਼ ਕਿੰਨੇ ਦਿਨਾਂ ਦਾ ਰਸ ਖਾਣ ਦੀ ਰੱਟ ਲਗਾਈ ਜਾਂਦਾ ਸੀ। ਤੀਜਾ, ਧੋਬੀ ਦੇ ਪੈਸੇ ਅਜੇ ਦੇਣੇ ਬਾਕੀ ਸਨ। ਫਿਰ ਖਿਆਲ ਆਉਂਦਾ ਕਿ ਕਿਉਂ ਨਾ ਕੁਝ ਪੈਸੇ ਲੋਕਾਂ ਤੋਂ ਮੰਗ ਤੇ ਕੁਝ ਆਪ ਪਾ, ਮਾਈ ਨੂੰ ਬਾਗਾਂ ਵਾਲੇ ਦੀ ਟਿਕਟ ਲੈ ਬੱਸ ਵਿੱਚ ਬਿਠਾ ਦੇਵਾਂ। ਨਾਲ ਹੀ ਖਿਆਲ ਆਇਆ ਕਿ ਜੇ ਇਦਾਂ ਕਰਾਂਗਾ ਤਾਂ ਲੋਕ ਕੀ ਕਹਿਣਗੇ, ਸਲਾਮਾਂ ਖੁੱਸ ਜਾਣਗੀਆਂ। ਫਿਰ ਖਿਆਲ ਆਉਂਦਾ ਤੇ ਸੋਚਿਆ ਕਿ ਮਾਈ ਨੂੰ ਬਾਗਾਂ ਵਾਲੇ ਤੀਕ ਆਪ ਹੀ ਛੱਡ ਆਉਣਾ। ਪਰ ਉਸੇ ਵੇਲੇ ਉਸਨੂੰ ਆਪਣੇ ਬੁਢਾਪੇ ਦਾ ਅਹਿਸਾਸ ਹੋਇਆ। ਥਕਾਵਟ ਹੋ ਜਾਣੀ ਸੀ ਤੇ ਕੱਲ੍ਹ ਨੂੰ ਕਾਲਜ ਪੜ੍ਹਾਉਣ ਦੇ ਲਈ ਆਪ ਪੜ੍ਹ ਲਿਖ ਨਹੀਂ ਸੀ ਹੋਣਾ। ਇਦਾਂ ਦੇ ਖਿਆਲ ਹੋਰ ਖਿਆਲ ਆਈ ਜਾਂਦੇ ਤੇ ਪ੍ਰੋਫੈਸਰ ਸਾਹਿਬ ਹੋਰ ਉਲਝੀ ਜਾਂਦੇ। ਸਾਰੀਆਂ ਘਟਨਾਵਾਂ ਤੋਂ ਬਾਅਦ ਕਹਾਣੀ ਦੇ ਵਿੱਚ ਆਖਰੀ ਘਟਨਾ ਕਹਾਣੀ ਦਾ ਸਿਖਰ ਲੈ ਕੇ ਆਉਂਦੀ ਹੈ ਤੇ ਉਸ ਦੇ ਆਧਾਰ ਤੇ ਨੌਵਾਂ ਹੈਡਿੰਗ ਬਣਾਇਆ, ਪ੍ਰੋਫੈਸਰ ਤੇ ਲਾਲ ਚੀਰੇ ਵਾਲੇ ਨੌਜਵਾਨ ਵਿਚਕਾਰ ਇੱਕ ਅਣਕਹੀ ਸਾਂਝ ਪੈਣਾ। ਫੁਰਨਿਆਂ ਖਿਆਲਾਂ ਤੇ ਮਜਬੂਰੀਆਂ ਵਿੱਚ ਉਲਝਿਆ ਪ੍ਰੋਫੈਸਰ ਜਦ ਸ਼ਹਿਰ ਪਹੁੰਚ ਜਾਂਦਾ ਹੈ ਤਾਂ ਮਾਈ ਨੂੰ ਕਹਿੰਦਾ ਕਿ ਮਾਈ ਸ਼ਹਿਰ ਆ ਗਿਆ ਤੇ ਉਸਨੇ ਔਖੇ ਹੋ ਮਾਈ ਨੂੰ ਸਾਈਕਲ ਤੋਂ ਉਤਾਰਿਆ ਤੇ ਥੈਲਾ ਉਸਦੇ ਹੱਥ ਫੜਾ ਦਿੱਤਾ। ਉਸੇ ਵੇਲੇ ਉਹ ਸਾਈਕਲ ਸਵਾਰ ਲਾਲ ਚੀਰੇ ਵਾਲਾ ਨੌਜਵਾਨ ਸ਼ਹਿਰੋਂ ਮੁੜਿਆ ਆ ਰਿਹਾ ਸੀ। ਉਸ ਪੱਥਰ ਦਿਲ ਇਨਸਾਨ ਨੂੰ ਵੇਖ ਪ੍ਰੋਫੈਸਰ ਨਾ ਚਾਹੁੰਦੇ ਹੋਏ ਕੁਝ ਕਹਿਣਾ ਚਾਹੁੰਦਾ ਸੀ ਕਿ ਅਚਾਨਕ ਸਾਈਕਲ ਸਵਾਰ ਪਹਿਲਾਂ ਹੀ ਬੋਲ ਪਿਆ, ਆ ਗਈ ਏ ਮਾਂ, ਛੇਤੀ ਆ ਗਈ ਏ, ਮੇਰਾ ਕੰਮ ਵੀ ਛੇਤੀ ਮੁੱਕ ਗਿਆ, ਚੱਲ ਬੈਠ, ਮੈਂ ਬਾਗਾਂ ਵਾਲੀ ਤੀਕ ਜਾਣਾ, ਤੈਨੂੰ 2 ਪੈਰ ਗਾਂ ਸਹੇੜੇ ਹੀ ਛੱਡ ਆਊਂ। ਨੌਜਵਾਨ ਦੀ ਗੱਲ ਸੁਣ ਬੁੱਢੀ ਮਾਈ ਨੇ ਜਵਾਬ ਦਿੱਤਾ ਕਿ ਵੀਰ ਉਹ ਦੂਜਾ ਵੀਰ ਇੱਥੋਂ ਤੱਕ ਲੈ ਆਇਆ, ਜਿੰਦਾ ਰਹਿਣਾ, ਛੇਤੀ ਆ ਗਈ ਆ। ਆਹ ਗੱਲ ਸੁਣ ਪ੍ਰੋਫੈਸਰ ਜੋ ਅੰਦਰੋਂ ਉਸ ਨੌਜਵਾਨ ਬਾਰੇ ਪੱਥਰ ਦਿਲ ਦੇ ਭਾਵਾਂ, ਘਿਰਣਾ ਤੇ ਨਫ਼ਰਤ ਨਾਲ ਭਰਿਆ ਸੀ, ਹੁਣ ਉਹ ਆਪਣੱਤ ਤੇ ਪਿਆਰ ਨਾਲ ਭਰ ਗਿਆ ਸੀ। ਪ੍ਰੋਫੈਸਰ ਦੀਆਂ ਗਲਤਫਹਿਮੀਆਂ, ਗਿਲੇ ਸ਼ਿਕਵੇ ਦੂਰ ਹੋ ਗਏ ਸਨ। ਪ੍ਰੋਫੈਸਰ ਨੇ ਆਪਣੇ ਸਾਈਕਲ ਦਾ ਸਟੈਂਡ ਲਾਇਆ, ਮਾਈ ਨੂੰ ਚੁੱਕਿਆ ਤੇ ਉਸ ਚੀਰੇ ਵਾਲੇ ਨੌਜਵਾਨ ਦੇ ਸਾਈਕਲ ਤੇ ਬਿਠਾ ਦਿੱਤਾ। ਮਾਈ ਦਾ ਥੈਲਾ ਉਸ ਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ ਤੇ ਪ੍ਰੋਫੈਸਰ ਨੇ ਲਾਲ ਚੀਰੇ ਵਾਲੇ ਨੌਜਵਾਨ ਵੱਲ ਇਉਂ ਤੱਕਿਆ ਜਿਵੇਂ ਜਿਸ ਨੂੰ ਉਹ ਓਪਰਾ ਸਮਝਦਾ ਸੀ ਉਹ ਆਪਣਾ ਹੀ ਨਿਕਲ ਆਇਆ ਹੋਵੇ। ਦੋਵੇਂ ਬਿਨਾਂ ਬੋਲੇ ਇੱਕ ਦੂਜੇ ਨੂੰ ਇੱਕ ਅਣਕਹੀ ਸਾਂਝ ਵਿੱਚ ਬੰਨ੍ਹ ਲੈਂਦੇ ਹਨ। ਇਸ ਤਰ੍ਹਾਂ ਸੁਜਾਨ ਸਿੰਘ ਦੀ ਕਹਾਣੀ ਸਾਂਝ ਇੱਦਾਂ ਦੀ ਸਾਂਝ ਜੋ ਬਿਨਾਂ ਸ਼ਬਦਾਂ ਤੋਂ ਸਿਰਫ ਕਿਸੇ ਲੋੜਵੰਦ ਦੀ ਮਦਦ ਤੇ ਉਸ ਪ੍ਰਤੀ ਹਮਦਰਦੀ ਦੀ ਭਾਵਨਾ ਦੇ ਨਾਲ ਜਿਹੜੀ ਸਾਂਝ ਪੈਦਾ ਹੋਈ, ਉਸ ਅਣਕਹੀ ਸਾਂਝ ਦੇ ਆਧਾਰ ਤੇ ਸੁਜਾਨ ਸਿੰਘ ਨੇ ਇੱਕ ਸੋਹਣੀ ਤੇ ਸਵਾਦਲੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ। ਆਪ ਜੀ ਇਸ ਕਹਾਣੀ ਨਾਲ ਜੁੜੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ।